हाँ हेलो गुड मॉर्निंग बेटा। ਅੱਜ ਦਾ ਆਪਣਾ ਟੌਪਿਕ ਹੈ ਮਾਸਟਰ ਕੇਡਰ ਇੰਗਲਿਸ਼ ਕਲਾਸ ਦਾ ਈਐਮ ਫੋਸਟਰ। ਮਾਡਰਨ ਏਜ ਦੇ ਵਿੱਚ ਤੁਹਾਡੇ ਰਾਈਟਰ ਹੈ ਆਪਾਂ ਕਰ ਚੁੱਕੇ ਹਾਂ ਟੀਐਸ ਇਲੀਅਟ ਤੇ ਆਪਾਂ ਵਰਜੀਨੀਆ ਵੁਲਫ ਨੂੰ ਕਰ ਚੁੱਕੇ ਹਾਂ। ਹੁਣ ਆਪਾਂ ਥਰਡ ਰਾਈਟਰ ਕਰ ਰਹੇ ਹਾਂ ਈਐਮ ਫੋਸਟਰ। ਈਐਮ ਫੋਸਟਰ ਬੋਰਨ ਇਨ 1879 ਡਾਈਡ ਇਨ 1970। ਬਸ ਇੰਨਾ ਕੁ ਹੀ ਇੰਪੋਰਟੈਂਟ ਹੈ ਮਾਸਟਰ ਕੇਡਰ ਦੇ ਪੁਆਇੰਟ ਆਫ ਵਿਊ ਤੋਂ। ਸੈਕਿੰਡ ਫੁੱਲ ਨੇਮ, ਇਹ ਵੀ ਇਹਦੇ ਤੇ ਵੀ ਕੁਐਸਚਨ ਬਣਦਾ ਹੈ। ਫੁੱਲ ਨੇਮ ਕੀ ਸੀ? E stand for Edward, M stand for Morgan Foster, Edward Morgan Foster। The total novel कितने सी थे? 5 in numbers, total 5 novels सी। He was nominated for Nobel Prize in Literature for 3 different years but never got it। इन्हों Nobel Prize दे ਲਈ 13 ਵਾਰ ਨੋਮੀਨੇਟ ਕੀਤਾ ਗਿਆ ਤੇ 13 different years ਵਿੱਚ, ਪਰ ਇਹਨੂੰ ਕਿਸੇ ਵਾਰ ਵੀ Nobel Prize ਨਹੀਂ ਮਿਲਿਆ। ਫੋਸਟਰ ਆਪਣੇ ਆਪ ਨੂੰ ਕੀ ਕਹਿੰਦਾ ਸੀ? ਪ੍ਰੋਫੈਸਰ ਆਫ ਨੇਚਰ। His tombstone reads, ਇਹਦੀ tombstone ਦੇ ਉੱਪਰ ਕੀ ਲਿਖਿਆ ਹੋਇਆ ਹੈ? Only connect, only connect ਇਹਦੀ tombstone ਉੱਪਰ ਲਿਖਿਆ ਹੋਇਆ ਤੇ ਇਹੀ ਮੋਟੋ ਹੈ ਇਸ ਦੇ ਨੋਵਲ ਹੋਵਰਡਸ ਐਂਡ। ਇਹਦਾ ਇੱਕ ਨੋਵਲ ਹੈ ਜਿਹੜਾ ਅੱਗੇ ਪੜਾਂਗੇ ਆਪਾਂ, ਹੋਵਰਡਸ ਐਂਡ। ਉਹਦਾ ਮੋਟੋ ਵੀ ਜੋ ਇਹਦੀ tombstone ਉੱਪਰ ਲਿਖਿਆ ਹੋਇਆ only connect ਉਹੀ ਹੈ। ਤੇ ਇਸ ਤੋਂ ਇਲਾਵਾ ਇਸਨੇ ਬਾਇਓਗ੍ਰਾਫੀ ਵੀ ਲਿਖੀ ਕਿਹਦੀ? ਆਪਣੀ ਗ੍ਰੇਟ ਆਂਟ ਮਾਰੀਅਨ ਥੋਰਨਟਨ ਦੀ। ਇਹ ਹੈਗੀਆਂ ਨੇ ਇਹਦੀਆਂ ਇੰਟਰੋਡਕਸ਼ਨ ਵਿੱਚ ਇੰਪੋਰਟੈਂਟ ਲਾਈਨਸ। ਅੱਗੇ ਮੂਵ ਕਰਦੇ ਹਾਂ। Next, Foster spent a second spell in India in early 1920s। ਦੂਜੀ ਵਾਰੀ ਫੋਸਟਰ ਇੰਡੀਆ ਵਿੱਚ 1920s ਵਿੱਚ ਆਇਆ। ਕਿਹਦੇ ਤੌਰ ਤੇ? ਇੱਕ ਪ੍ਰਾਈਵੇਟ ਸੈਕਟਰੀ ਦੇ ਤੌਰ ਤੇ ਮਹਾਰਾਜਾ ਆਫ ਦੇਵਾਸ। ਕੌਣ ਸੀ? ਟੁਕੋਜਾਇਰਾ ਸੈਕੰਡ। ਟੁਕੋਜਾਇਰਾ ਸੈਕੰਡ ਦੇ ਸਮੇਂ ਉਸਦਾ ਪ੍ਰਾਈਵੇਟ ਸੈਕਟਰੀ ਬਣ ਕੇ ਉਹ ਇੰਡੀਆ ਵਿੱਚ ਆਇਆ। ਆਫਟਰ ਰਿਟਰਨਿੰਗ ਫਰੋਮ ਇੰਡੀਆ, ਭਾਰਤ ਤੋਂ ਜਾਣ ਤੋਂ ਬਾਅਦ ਹੀ ਕੰਪਲੀਟਡ ਹਿਸ ਲਾਸਟ ਨੋਵਲ। ਉਹਦਾ ਜਿਹੜਾ ਮੋਸਟ ਫੇਮਸ ਨੋਵਲ ਸੀ ਆ ਪੈਸੇਜ ਟੂ ਇੰਡੀਆ, ਉਹਨੇ ਉਹ ਕੰਪਲੀਟ ਕੀਤਾ। ਫੋਰ ਵਿੱਚ ਹੀ ਵੌਨ ਦਾ ਜੇਮਸ ਸਟੇਟ ਬਲੈਕ ਮੈਮੋਰੀਅਲ ਪ੍ਰਾਈਜ਼ ਫॉर ਫਿਕਸ਼ਨ, ਜਿਹਦੇ ਲਈ ਉਸ ਨੂੰ ਇਹ ਅਵਾਰਡ ਮਿਲਿਆ। ਭਾਵੇਂ ਕਿ ਮਾਸਟਰ ਕੇਡਰ ਦੇ ਪੁਆਇੰਟ ਆਫ ਵਿਊ ਤੋਂ ਇਹ ਅਵਾਰਡ ਇੰਪੋਰਟੈਂਟ ਨਹੀਂ ਹੈਗਾ। ਮੈਂ ਮਾਸਟਰ ਕੇਡਰ ਦੇ ਪੁਆਇੰਟ ਆਫ ਵਿਊ ਤੋਂ ਸਿਰਫ 3 ਅਵਾਰਡ ਹੀ ਇੰਪੋਰਟੈਂਟ ਦੱਸੇ ਨੇ, ਨੋਬਲ ਪ੍ਰਾਈਜ਼, ਸਾਹਿਤਿਆ ਅਕੈਡਮੀ ਅਵਾਰਡ ਤੇ ਬੁਕਰ ਪ੍ਰਾਈਜ਼। ਅਦਰਵਾਈਜ਼ ਹੋਰ ਨਹੀਂ ਇੰਪੋਰਟੈਂਟ ਹੈਗਾ, ਪਰ ਆਪਾਂ ਇੱਥੇ ਇਹਨੂੰ ਕਵਰ ਕਰ ਲਿਆ। ਤੇ ਉਸ ਤੋਂ ਬਾਅਦ ਜਿਹੜਾ ਨੋਵਲ ਹੈ ਕਾਹਦੇ ਉੱਪਰ ਬੇਸਡ ਹੈ? ਇਟ ਇਜ਼ ਬੇਸਡ ਔਨ ਫੋਸਟਰਸ ਔਨ ਐਕਸਪੀਰੀਅੰਸ ਇਨ ਇੰਡੀਆ। ਫੋਸਟਰਸ ਦੇ ਆਪਣੇ ਐਕਸਪੀਰੀਅੰਸ ਇੰਡੀਆ ਵਿੱਚ and set against the black backdrop of the Indian independence movement in 1920s। ਤੇ 1920 ਦੇ ਵਿੱਚ ਜਿਹੜੀ ਇੰਡੀਆ ਦੀ ਭਾਰਤ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ, ਭਾਰਤ ਦੀ ਆਜ਼ਾਦੀ ਦੀ ਮੂਵਮੈਂਟ ਚੱਲ ਰਹੀ ਸੀ, ਉਹਦੇ ਉੱਪਰ ਇਹ ਬੇਸਡ ਆ। ਫੋਸਟਰ ਬੇਸਿਕਲੀ ਕੀ ਸੀ? ਨੋਵਲਿਸਟ, ਬਾਇਓਗ੍ਰਾਫਰ ਤੇ ਕ੍ਰਿਟਿਕ ਸੀ। ਐਜ਼ ਅ ਕ੍ਰਿਟਿਕ ਦੇ ਤੌਰ ਤੇ ਫੋਸਟਰ ਨੇ ਕੀ ਡਿਸਕਸ ਕੀਤਾ ਹੈ? 7 ਐਸਪੈਕਟਸ ਆਫ ਨੋਵਲ, ਕਿ ਨੋਵਲ ਦੇ ਕਿਹੜੇ 7 ਐਸਪੈਕਟ ਹੁੰਦੇ ਨੇ। ਇਸ ਤੋਂ ਇਲਾਵਾ ਇੱਕ ਗੱਲ ਹੋਰ ਇੰਪੋਰਟੈਂਟ ਹੈ, ਈਐਮ ਫੋਸਟਰ ਵਾਸ ਹੋਮੋਸੈਕਸ਼ੂਅਲ। ਭਾਵੇਂ ਕਿ ਮਾਸਟਰ ਕੇਡਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨਹੀਂ, ਪਰ ਨੈਟ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ। ਹੀ ਵਾਸ ਹੋਮੋਸੈਕਸ਼ੂਅਲ ਸੀਗਾ ਬੇਟਾ ਇਹ, ਕਿਉਂਕਿ ਪੇਪਰ ਵਿੱਚ ਇਹ ਕੁਐਸਚਨ ਆਇਆ ਹੋਇਆ। ਹਾਂਜੀ, novels list। Where angels fear to tread, ਫਸਟ ਨੋਵਲ ਸੀ ਇਹਦਾ, Where angels fear to tread। इसका टाइटल कितों लिया गया है? ये मैं तुम अगे करवाऊंगा जो डिटेल विच करवाऊंगा। सैकेंड नॉवल द लॉन्गेस्ट जर्नी। थर्ड अ रूम विद अ व्यू। फोर होवर्ड एंड, इनू इंपोर्टेंट कर लियो। होवर्ड एंड का मोटो भी इंपोर्टेंट है, होवर्ड एंड ओनली कनेक्ट। ये पढ़ना भी आपां। आ पैसेज टू इंडिया, ये मोस्ट इंपोर्टेंट है, इनू भी पढ़ना आपां। 1924 ये किहदे विचकार है? मिसअंडरस्टैंडिंग बिटवीन डिफरेंट इंडिविजुअल्स एंड बिटवीन रेसिस। मिसअंडरस्टैंडिंग्स उन्हां दे विचकार है ये। नेक्स्ट, द टाइटल ऑफ द नॉवल इज टेकन फ्रॉम, टाइटल भी कितों लिया हुआ है? वॉल्ट वाइटमैन दी पोएम लीव्स तो लिया हुआ है, टाइटल है। नेक्स्ट, मोरिस की है बेटा? मोरिस ਇਹਦਾ नॉवल है ਜਿਹੜਾ ਲਿਖਿਆ ਭਾਵੇਂ 1913 1914 ਵਿੱਚ ਗਿਆ ਸੀ। ਜਿਵੇਂ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਕਿ ਆਪਾਂ ਨੇ ਰਿਟਨ ਡੇਟ ਨਹੀਂ ਕਰਨੀ, ਆਪਾਂ ਪਬਲਿਕੇਸ਼ਨ ਡੇਟ ਕਰਨੀ ਹੈ। ਤਾਂ ਪਰ ਇਹ ਪਬਲਿਸ਼ ਕਦੋਂ ਹੋਇਆ? 1971 ਵਿੱਚ। ਇਟ ਵਾਸ ਪਬਲਿਸ਼ਡ ਪੋਸਟਿਊਮਸਲੀ ਬਿਕਾਜ਼ ਆਫ ਇਟਸ ਹੋਮੋਸੈਕਸ਼ੂਅਲ ਥੀਮ। ਉਹਦੇ ਹੋਮੋਸੈਕਸ਼ੂਅਲ ਥੀਮ ਕਰਕੇ ਇਹਨੂੰ ਕੋਈ ਵੀ ਪਬਲਿਸ਼ਰ ਨਹੀਂ ਸੀ ਮਿਲਿਆ, ਤਾਂ ਇਸ ਕਰਕੇ ਉਹਦੀ ਲਾਈਫ ਟਾਈਮ ਵਿੱਚ ਨੋਵਲ ਨਹੀਂ ਪਬਲਿਸ਼ ਹੋ ਸਕਿਆ। 1971 ਵਿੱਚ ਇਹਦੇ ਫਰੈਂਡ ਕ੍ਰਿਸਟੋਫਰ ਈਸ਼ਰਵੁੱਡ ਨੇ ਇਹ ਨੋਵਲ ਨੂੰ ਪਬਲਿਸ਼ ਕੀਤਾ ਸੀ। ਹਾਂਜੀ, ਨੈਕਸਟ ਆ ਜੋ ਐਸਪੈਕਟਸ ਆਫ ਦਾ। ਉਸ ਤੋਂ ਬਾਅਦ ਆਪਾਂ ਨੋਵਲਸ ਕਰ ਲਏ ਤੇ ਡਿਸਕਸ। ਹੁਣ ਆਪਾਂ ਇਹਦੇ ਕ੍ਰਿਟੀਕਲ ਵਰਕਸ ਵਿੱਚ ਸਭ ਤੋਂ ਪਹਿਲਾਂ ਇੰਪੋਰਟੈਂਟ ਹੈ एस्पेक्ट्स ऑफ द नॉवल।
ਐਸਪੈਕਟਸ ਆਫ ਦਾ ਨੋਵਲ ਇਸ ਗੱਲ ਲਈ ਵੀ ਇੰਪੋਰਟੈਂਟ ਹੈ, ਪੇਪਰ ਵਿੱਚ ਪੁੱਛ ਲਿਆ ਜਾਂਦਾ ਕਿ ਕਿਹੜੇ ਵਰਕ ਵਿੱਚ ਉਹ ਫਲੈਟ ਕਰੈਕਟਰ ਤੇ ਰਾਉਂਡ ਕਰੈਕਟਰ ਦੀ ਗੱਲ ਕਰਦਾ ਹੈ। ਇਹਦੇ ਵਿੱਚ ਹੀ ਗੱਲ ਕਰਦਾ ਉਹ ਫਲੈਟ ਕਰੈਕਟਰਸ ਤੇ ਰਾਉਂਡ ਕਰੈਕਟਰਸ ਦੀ। ਫਲੈਟ ਕਰੈਕਟਰ ਉਹ ਹੁੰਦੇ ਨੇ ਬੇਟਾ ਜਿਹੜੇ ਸਾਰੇ ਨੋਵਲ ਦੇ ਵਿੱਚ ਸੇਮ ਹੀ ਰਹਿੰਦੇ ਨੇ, ਜਿਹੜੇ ਸਟਾਰਟਿੰਗ ਦੇ ਵਿੱਚ ਸ਼ੁਰੂ ਵਿੱਚ ਹੀ ਚੰਗੇ ਹੁੰਦੇ ਨੇ, ਐਂਡ ਤੱਕ ਚੰਗੇ ਹੀ ਰਹਿੰਦੇ ਨੇ। ਰਾਉਂਡ ਕਰੈਕਟਰ ਉਹ ਹੁੰਦੇ ਨੇ ਜਿਹੜੇ ਬੇਟਾ ਸ਼ੁਰੂ ਦੇ ਵਿੱਚ ਚੰਗੇ ਹੁੰਦੇ ਨੇ, ਵਿਚਕਾਰ ਜਾ ਕੇ ਆਪਣੇ ਜਿਹੜੀ ਆਪਣੀ ਅਸਲੀਅਤ ਹੈ ਜੋ ਅੰਦਰੋਂ ਹੁੰਦੇ ਨੇ ਉਹ ਸ਼ੋਅ ਕਰ ਦਿੰਦੇ ਨੇ, ਜਿਹੜੇ ਮੀਨਸ ਆਪਣਾ ਕਰੈਕਟਰ ਬਦਲਦੇ ਰਹਿੰਦੇ ਨੇ, ਕਦੇ ਉਹ ਚੰਗੇ ਹੋ ਜਾਂਦੇ ਨੇ, ਕਦੇ ਉਹ ਮਾੜੇ ਹੋ ਜਾਂਦੇ ਨੇ। ਸੈਕੰਡ, ਦਾ ਫੈਮਿਨਾਈਨ ਨੋਟ ਇਨ ਲਿਟਰੇਚਰ, ਦਾ ਕ੍ਰੀਏਟਰ ਐਸ ਕ੍ਰਿਟਿਕ। ਵੈਸੇ ਇੰਪੋਰਟੈਂਟ ਸਭ ਤੋਂ ਵੱਧ ਐਸਪੈਕਟਸ ਆਫ ਦਾ ਨੋਵਲ ਹੀ ਹੈ ਨਾ। ਇੱਕੋ ਇੱਕ ਪਲੇ ਹੈ ਇਹਦਾ ਇੰਗਲੈਂਡ, ਪਲੀਜ਼ੈਂਟ ਇੰਗਲੈਂਡ, ਤੇ ਟਰੈਵਲੋਗ ਉਹਦਾ ਯਾਤਰਾ ਦਾ ਬਿਰਤਾਂਤ। ਦਾ ਹਿਲ ਆਫ ਦਾ ਦੇਵੀ, ਦਾ ਹਿਲ ਆਫ ਦੇਵੀ, ਇਹ ਪਿਛਲੇ ਤੋਂ ਪਿਛਲੇ ਵਾਰੀ ਪੇਪਰ ਵਿੱਚ ਪੁੱਛਿਆ ਗਿਆ ਸੀ, ਜਿਹਦੇ ਵਿੱਚ ਇਹ ਕੀ ਦੱਸਦਾ ਹੈ ਆਪਣੀਆਂ ਦੋਵੇਂ ਯਾਤਰਾਵਾਂ ਜਿਹੜੀਆਂ ਨੇ 1912 ਤੇ 1921 ਵਿੱਚ ਕੀਤੀਆਂ ਸੀ। ਇਸ ਤੋਂ ਇਲਾਵਾ ਸ਼ੋਰਟ ਸਟੋਰੀਜ਼ ਭਾਵੇਂ ਇੰਨੀਆਂ ਇੰਪੋਰਟੈਂਟ ਨਹੀਂ ਹੈਗੀਆਂ ਪਰ ਸਾਨੂੰ ਕਰਨੀਆਂ ਪੈਣੀਆਂ ਨੇ, ਕਈ ਵਾਰੀ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ। ਪਹਿਲੀ ਕਲੈਕਸ਼ਨ ਹੈਗੀ ਹੈ ਸੈਲੈਸਟੀਅਲ ਓਮਨੀਵਸ ਐਂਡ ਅਦਰ ਸਟੋਰੀਜ਼। ਸੈਕੰਡ, ਦਾ ਸਟੋਰੀ ਆਫ ਦਾ ਸਿਰਨ। ਥਰਡ, ਦਾ ਇੰਟਰਨਲ ਮੂਵਮੈਂਟਸ ਐਂਡ ਅਦਰ ਸਟੋਰੀਜ਼। ਇਹ ਹੈਗੇ ਨੇ ਇਹਦਾ ਸਾਰੀ ਰਾਈਟਰ ਦੀ ਇੰਟਰੋਡਕਸ਼ਨ। ਹੁਣ ਆਪਾਂ ਇਹਦੇ ਵਰਕਸ ਤੇ ਕਰੈਕਟਰ ਡਿਟੇਲ ਵਿੱਚ ਕਰਾਂਗੇ। ਇੱਕ ਵਰਕ ਇਹਦਾ ਸ਼ਾਮ ਤੱਕ ਤੁਸੀਂ ਪੜ੍ਹ ਲੈਣਾ ਹੈ, ਪੈਸੇਜ ਟੂ ਇੰਡੀਆ, ਉਹ ਮੈਂ ਸ਼ਾਮ ਦੀ ਕਲਾਸ ਵਿੱਚ ਹੀ ਕਰਨਾ ਹੈ। ਉਸ ਤੋਂ ਪਹਿਲਾਂ ਵਾਲੇ ਵਰਕਸ ਨੇ ਜਿਹੜੇ ਇੰਪੋਰਟੈਂਟ ਉਹ ਮੈਂ ਤੁਹਾਡੇ ਨਾਲ ਸਾਰੇ ਹੁਣ ਕਰਦਾ। ਹਾਂਜੀ, ਨੈਕਸਟ ਫਸਟ ਨੋਵਲ ਵੇਅਰ ਐਂਜਲਸ ਫੀਅਰ ਟੂ ਟ੍ਰੇਡ 1905। ਇਹਦਾ ਓਰੀਜਨਲ ਟਾਈਟਲ ਕੀ ਸੀ? ਮੋਂਟੇਰਿਆਨੋ। ਹਾਂਜੀ, ਮੋਂਟੇਰਿਆਨੋ ਕੀ ਸੀ? ਇਸ ਨੋਵਲ ਵਿੱਚ ਇੱਕ ਸਮਾਲਾ ਸਟੋਨ ਸੀ। ਇਹਦਾ ਟਾਈਟਲ ਕਿੱਥੋਂ ਲਿਆ ਹੋਇਆ? ਟਾਈਟਲ ਲਿਆ ਹੋਇਆ ਅਲੈਗਜ਼ੈਂਡਰ ਪੋਪ ਦੀ ਪੋਇਮ ਐਸੇ ਔਨ ਕ੍ਰਿਟਿਸਿਜ਼ਮ ਤੋਂ, ਜਿਹਦੇ ਵਿੱਚ ਕਿਹੜੀ ਲਾਈਨ ਸੀ? ਫॉर ਫੂਲਸ ਰਸ਼ ਇਨ ਵੇਅਰ ਐਂਜਲਸ ਫੀਅਰ ਟੂ ਟ੍ਰੇਡ, ਉੱਥੋਂ ਲਿਆ ਗਿਆ। ਇਹਦਾ ਟਾਈਟਲ ਹੈ। ਨੋਵਲ ਕਿੱਥੇ ਸੈੱਟ ਹੈ? ਇਟਲੀ ਦੇ ਸ਼ਹਿਰ ਟਸਕਨੀ ਵਿੱਚ ਸੈੱਟ ਆ। ਇੰਪੋਰਟੈਂਟ ਕਰੈਕਟਰ ਲੀਲਾ ਹੈਰੀਟਨ ਦੀ ਕਹਾਣੀ ਹੈ, ਮਿਸਿਸ ਹੈਰੀਟਨ ਉਹਦੀ ਸੱਸ ਹੈ। ਦੋਵਾਂ ਦੀ ਕਹਾਣੀ ਹੈ ਗੀਨੋ, ਕੈਰੋਲਾਈਨ, ਫਿਲਿਪ ਹੈਰੀਟ। ਇਹ ਇੰਪੋਰਟੈਂਟ ਕਰੈਕਟਰਸ ਨੇ। ਮਾਸਟਰ ਕੇਟਰ ਦੇ ਪੁਆਇੰਟ ਆਫ ਵਿਊ ਤੋਂ ਇੰਨਾ ਕੀ ਇੰਪੋਰਟੈਂਟ ਹੈ, ਜਿਹੜੇ ਬੱਚੇ ਕੋਲ ਟਾਈਮ ਹੈਗਾ ਇਹਦੀ ਸਟੋਰੀ ਪੜ੍ਹ ਸਕਦਾ ਹੈ, ਅਦਰਵਾਈਜ਼ ਇਸ ਤੋਂ ਬਾਅਦ ਪੇਪਰ ਵਿੱਚ ਸਟੋਰੀ ਵਗੈਰਾ ਕੁਝ ਵੀ ਨਹੀਂ ਪੁੱਛਿਆ ਜਾਣਾ। ਸੈਕਿੰਡ ਆ ਜਾਓ। ਨੈਕਸਟ, ਦ ਲੌਂਗੈਸਟ ਜਰਨੀ। ਬਿਲਡਿੰਗਸ ਰੋਮਨ ਨੋਵਲ ਹੈ, ਆਟੋਬਾਇਓਗ੍ਰਾਫਿਕਲ ਇਨ ਨੇਚਰ। ਬਿਲਡਿੰਗਸ ਰੋਮਨ ਕਿਹੜਾ ਹੁੰਦਾ ਹੈ? ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਜਿਹਦੇ ਵਿੱਚ ਬੇਟਾ ਹੀਰੋ ਪੈਦਾ ਹੁੰਦਾ ਹੈ। ਹੀਰੋ ਨੋਵਲ ਦੇ ਵਿੱਚ ਹੀ ਵੱਡਾ ਹੁੰਦਾ ਹੈ, ਨੋਵਲ ਦੇ ਵਿੱਚ ਹੀ ਮੈਚੁਰ ਹੁੰਦਾ ਹੈ। ਮੀਨਸ ਹੀਰੋ ਦੀ ਚਾਈਲਡਹੁੱਡ ਤੋਂ ਲੈ ਕੇ ਬਰਥਹੁੱਡ ਤੋਂ ਵੀ ਲੈ ਕੇ ਜਾਂ ਚਾਈਲਡਹੁੱਡ ਤੋਂ ਲੈ ਕੇ ਮੈਚਿਓਰਿਟੀ ਅਡਲਟਹੁੱਡ ਤੱਕ ਦੀ ਕਹਾਣੀ ਜਿਹਦੇ ਵਿੱਚ ਕਵਰ ਹੋਵੇ, ਉਸ ਨੋਵਲ ਨੂੰ ਕੀ ਕਿਹਾ ਜਾਂਦਾ ਹੈ? ਬਿਲਡਿੰਗਸ ਰੋਮਨ ਨੋਵਲ। ਆਟੋਬਾਇਓਗ੍ਰਾਫਿਕਲ ਦਾ ਤੁਹਾਨੂੰ ਪਤਾ ਹੀ ਹੈ। ਇਸ ਨੋਵਲ ਵਿੱਚ ਇੰਪੋਰਟੈਂਟ ਕਰੈਕਟਰ ਰਿਕੀ ਇਲੀਅਟ, ਏਗਨੀਸ ਤੇ ਗਿਰਾਲ, ਤਿੰਨ ਹੀ ਇੰਪੋਰਟੈਂਟ ਕਰੈਕਟਰ ਨੇ। ਨੈਕਸਟ ਨੋਵਲ ਆ ਰੂਮ ਵਿਦ ਅ ਵਿਊ। ਇਹ ਵੀ ਇਟਲੀ ਦੇ ਵਿੱਚ ਹੀ ਸੈੱਟ ਹੈ, ਜਿਹੜਾ ਕਿ ਇਟਲੀ ਦੇ ਸ਼ਹਿਰ ਫਲੋਰੈਂਸ ਦੀ ਕਹਾਣੀ ਹੈ। ਇਸ ਨੋਵਲ ਵਿੱਚ ਨੋਵਲਿਸਟ ਕੀ ਪੋਰਟਰੇ ਕਰਦਾ ਹੈ? ਡਿਫਰੈਂਸ ਬਿਟਵੀਨ ਕਿਹਦੇ? ਇਟਲੀ ਐਂਡ ਇੰਗਲੈਂਡ। ਕਿ ਇਟਲੀ ਹੈ ਜਿਹੜੀ ਕਿਹੜੀ ਹੈ? ਇਟਲੀ ਐਜ਼ ਅ ਪਲੇਸ ਆਫ ਫਰੀडम ਐਂਡ ਸੈਕਸ਼ੂਅਲ ਐਕਸਪ੍ਰੈਸ਼ਨ। ਇਟਲੀ ਨੂੰ ਆਈਡੀਅਲਾਈਜ਼ ਕਰਦਾ ਉਹ। ਇਸ ਦੇ ਵਿੱਚ ਦੋ ਹੀ ਮੇਨ ਕਰੈਕਟਰ ਨੇ, ਜਾਰਜ ਐਂਡ ਲੂਸੀ। ਨੈਕਸਟ ਆਪਾਂ ਸ਼ੁਰੂ ਕਰ ਰਹੇ ਹਾਂ ਹੋਵਰਡਸ ਐਂਡ।